ਜਿਹੜੇ ਬਾਕੀ ਦੇ ਐਨਜੀਓਜ਼ ਵੀ ਕੰਮ ਕਰ ਰਹੇ ਨੇ ਨਾ, ਬਹੁਤ ਵਧੀਆ ਕੰਮ ਕਰ ਰਹੇ ਨੇ, ਸਭ ਤੱਕ ਖਾਣਾ ਪਹੁੰਚਦਾ ਰਿਹਾ। ਬਟ ਜਿਹੜੇ ਆਹ ਵਾਲੇ ਲੋਕ ਨੇ, ਹੁਣ ਤੁਸੀਂ ਇਹਨਾਂ ਦੇ ਘਰ ਜਿੱਥੇ ਪਾਏ ਅੱਜ ਹੰਬੜਾ ਰੋਡ ਗਊਸ਼ਾਲਾ ਦੀ ਬੈਕ ਸਾਈਡ ਜਿਹੜੇ ਸਲਮਸ ਆ, ਤੇ ਬਹੁਤ ਵੱਡਾ ਸਲੇਮ ਏਰੀਆ। ਇਹਨਾਂ ਨੂੰ ਪੁੱਛੋ ਇਹਨਾਂ ਦਾ ਕਿੰਨੀ ਮਦਦ ਆਈ ਹੈ, ਤੁਸੀਂ ਇਹਨਾਂ ਤੋਂ ਬਿੱਟ ਲਈ ਹੋਈ ਇੱਕ ਇਹਨਾਂ ਦੀ, ਤੇ ਇਹਨਾਂ ਨੂੰ ਕੋਈ ਹੈਲਪ ਆਈ ਨਹੀਂ ਕਿਸੇ ਦੀ। ਕਿ ਇਹ ਸਰਕਾਰਾਂ ਦੇ ਕੰਮ ਨੇ, ਇਹ ਤੁਹਾਨੂੰ ਕਿਉਂ ਕਰਨੇ ਪੈ ਰਹੇ ਨੇ? ਸਰ ਜਦੋਂ ਸਰਕਾਰ ਨਹੀਂ ਆਏਗੀ ਤਾਂ ਸਾਨੂੰ ਅੱਗੇ ਆਉਣਾ ਪਏਗਾ। ਪਹਿਲਾਂ ਸੀਐਮ ਸਾਹਿਬ ਫੰਡ ਅਲਾਟ ਕਰਨਗੇ, ਫਿਰ ਸਾਰੇ ਰਿਸਪੈਕਟਿਵ ਐਮਐਲਏ ਕੋਲ ਆਏਗਾ, ਐਮਐਲਏ ਫਿਰ ਕੌਂਸਲਰ ਅਸਾਈਨ ਕਰੇਗਾ, ਉਹਨਾਂ ਦੇ ਵਿੱਚ ਹੀ ਇੰਨੀ ਰਾਸ਼ਨ ਦੀ ਖਪਤ ਹੋ ਜਾਏਗੀ ਜੋ ਨੀਚੇ ਤੱਕ ਪਹੁੰਚੇਗਾ ਨਾ ਤਾਂ ਕੁਝ ਵੀ ਨਹੀਂ ਆਏਗਾ। ਉਸ ਤੋਂ ਬਾਅਦ ਕੌਂਸਲਰ ਵੀ ਅੱਗੇ ਆਪਣੇ ਬੰਦੇ ਰੱਖ ਕੇ ਉਹਨਾਂ ਦੇ ਜਿਹੜੇ ਨੋਨ ਬੰਦੇ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਉਣਗੇ। ਉਹਨਾਂ ਨੇ ਇੱਥੇ ਕਿੱਥੇ ਆਉਣਾ? ਇੱਥੇ ਤਾਂ ਕੋਈ ਵੀ ਨਹੀਂ ਆ ਰਿਹਾ। ਇਹਨਾਂ ਨੂੰ ਤੁਸੀਂ ਬੰਦਿਆਂ ਨੂੰ ਪੁੱਛੋ, ਕੋਈ ਇਹਨਾਂ ਦਾ ਕੌਂਸਲਰ ਦਾ ਬੰਦਾ, ਕੋਈ ਐਮਐਲਏ ਦਾ ਬੰਦਾ, ਕੋਈ ਵੀ ਨਹੀਂ ਆ ਰਿਹਾ। ਸਰਕਾਰੀ ਮਦਦ ਤਾਂ ਬਸ ਸਿਰਫ ਬਲੂ ਕਾਰਡ ਤੇ ਜਾ ਰਹੇ ਆ, ਤੇ ਜਾਂ ਫਿਰ ਵੋਟ ਬੈਂਕ ਦਾ ਸਿੱਧੀ ਤਰ੍ਹਾਂ ਵੋਟ ਬੈਂਕ ਦਾ ਇਸਤੇਮਾਲ ਹੋ ਰਿਹਾ। ਜੇ ਉਹਨਾਂ ਕੋਲ ਵੋਟਰ ਕਾਰਡ ਹੈ ਤਾਂ ਜਿਹੜੇ ਮਹੱਲੇ ਦੇ ਕੌਂਸਲਰ ਤੇ ਜਾ ਚੁੱਕੇ, ਉਹਨਾਂ ਨੇ ਅੱਗੇ ਡਿਊਟੀ ਦਿੱਤੀ ਹੈ। ਜਿਹਨੇ ਕੋਲ ਵੋਟਰ ਕਾਰਡ ਹੈ ਜਾਂ ਕੋਈ ਹੋਰ ਕਾਰਡ ਹੈਗਾ, ਉਸ ਬੇਸਿਸ ਤੇ ਰਾਸ਼ਨ ਦੇ ਰਿਹਾ। ਤੇ ਝੁੱਗੀਆਂ ਵਾਲੇ ਕੋਲ ਤਾਂ ਕੋਈ ਪ੍ਰੂਫ ਨਹੀਂ ਹੈਗਾ, ਤੇ ਇਹਨਾਂ ਦਾ ਕੋਈ ਰਾਸ਼ਨ ਨਹੀਂ। ਹੁਣ ਜੋ ਇਹ ਸਮਾਂ ਚੱਲ ਰਿਹਾ ਲੋਕਡਾਊਨ ਦਾ, ਤੁਸੀਂ ਸੁੱਕਾ ਰਾਸ਼ਨ ਵੰਡ ਰਹੇ ਹੋ ਖੁਦ, ਇਹ ਕਿਸ ਤਰ੍ਹਾਂ ਤੁਸੀਂ ਸਾਰਾ ਅਰੇਂਜ ਕਰ ਰਹੇ ਹੋ? ਹੁਣ ਜੇ ਇਹੀ ਆਪਾਂ ਗੱਲ ਆਈਏ ਕਿ ਸੁੱਕਾ ਰਾਸ਼ਨ ਨਾ ਵੰਡੀਏ, ਆਪਾਂ ਲੰਗਰ ਬਣਾ ਕੇ ਵੰਡੀਏ। ਅਸੀਂ ਇੱਕ ਦਿਨ 'ਚ ਚਲੋ 3 ਵਾਰ ਨਹੀਂ ਮੰਨਦੇ, ਅਸੀਂ 2 ਵਾਰ ਬੰਦੇ ਨੂੰ ਖਾਣਾ ਦੇ ਦਾਂਗੇ। 2 ਵਾਰ 'ਚ ਸਾਡੀ ਬੰਦੇ ਨਾਲ ਇੰਟਰੈਕਸ਼ਨ ਇੱਕ ਦਿਨ 'ਚ ਜੇ 5 ਬੰਦਿਆਂ ਦਾ ਪਰਿਵਾਰ ਹੈ 10 ਵਾਰ ਹੋ ਜਾਏਗੀ। ਤੇ ਉਹੀ ਅਸੀਂ 15 ਦਿਨ ਦਾ ਰਾਸ਼ਨ ਉਹਨਾਂ ਨੂੰ ਦੇ ਰਹੇ ਹਾਂ, ਤੇ ਉਹਦਾ ਮਤਲਬ ਹੈ ਕਿ ਸਾਡੀ 15 ਦਿਨਾਂ 'ਚ 150 ਵਾਰ ਇੰਟਰੈਕਸ਼ਨ ਹੋ ਜਾਏਗੀ। ਆਪਾਂ ਨਹੀਂ ਕਹਿੰਦੇ ਕਿ ਇਸ ਨੂੰ ਬਿਮਾਰੀ ਹੋਵੇ, ਬਟ ਸੇਫਟੀ ਵਿੱਚ ਇੱਕ ਹੋਰ ਹੈ ਨਾ ਸਾਰਾ ਇਹਦਾ। ਰਾਸ਼ਨ ਦੀ ਕਿਟਸ ਦੇ ਨਾਲ ਤੁਸੀਂ ਮੈਡੀਸਨ ਵੀ ਇੱਥੇ ਇਹਨਾਂ ਨੂੰ ਦੇ ਰਹੇ ਹੋ। ਕਿਹੜੀ ਮੈਡੀਸਨ ਤੁਸੀਂ ਇਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਹੋ? ਹੋਮਿਓਪੈਥਿਕ ਦੀ ਜੋ ਸਾਡੇ ਆਯੂਸ਼ ਡਿਪਾਰਟਮੈਂਟ ਨੇ ਅਪਰੂਵ ਕੀਤੀ ਹੈ ਨਾ, ਉਹ ਮੈਡੀਸਨ ਦੇ ਰਹੇ ਹਾਂ। ਜਦੋਂ ਦਾ ਪੂਰੇ ਭਾਰਤ ਦੇ ਵਿੱਚ ਲੋਕਡਾਊਨ ਜਾਰੀ ਹੋਇਆ, ਪੰਜਾਬ ਦੇ ਵਿੱਚ ਵੀ ਕਰਫਿਊ ਚੱਲ ਰਿਹਾ, ਤਾਂ ਐਨਜੀਓਜ਼ ਨੇ ਆਪਣਾ ਮੋਰਚਾ ਸਾਂਭਿਆ ਹੋਇਆ ਲਗਾਤਾਰ। ਪੰਜਾਬ ਦੇ ਦੀ ਗੱਲ ਕਰੀਏ, ਪੂਰੇ ਭਾਰਤ ਦੇ ਵਿੱਚ ਹੀ ਐਨਜੀਓਜ਼ ਨੇ ਮੋਰਚਾ ਸਾਂਭਿਆ ਹੋਇਆ। ਕੋਈ ਵੀ ਐਸਾ ਐਨਜੀਓ ਨਹੀਂ ਹੈ ਜੋ ਇਸ ਲੋਕਡਾਊਨ ਦੇ ਸਮੇਂ ਦੇ ਵਿੱਚ, ਜਿਸ ਸਮੇਂ ਕਰੋਨਾ ਵਾਇਰਸ ਦਾ ਕਹਿਰ ਹੈ, ਖੁਦ ਕਰੋਨਾ ਵਾਇਰਸ ਤੋਂ ਡਰ ਕੇ ਘਰ ਬੈਠਾ ਹੋਵੇ। ਐਨਜੀਓਜ਼ ਲਗਾਤਾਰ ਸਾਹਮਣੇ ਆ ਕੇ ਸੇਵਾ ਕਰ ਰਹੀਆਂ ਨੇ, ਚਾਹੇ ਉਹ ਪੈਕਡ ਫੂਡ ਦੀ, ਕੁਕਡ ਫੂਡ ਹੋਵੇ, ਚਾਹੇ ਸੁੱਕੇ ਰਾਸ਼ਨ ਦੀ ਗੱਲ ਹੋਵੇ, ਚਾਹੇ ਦਵਾਈਆਂ ਦੀ ਹੋਵੇ। ਤਾਂ ਲਗਾਤਾਰ ਐਨਜੀਓਜ਼ ਵੱਲੋਂ ਜਿਹੜੀ ਇਹ ਸੇਵਾ ਨਿਭਾਈ ਜਾ ਰਹੀ ਹੈ। ਤਾਂ ਇੱਕ ਅਜਿਹੀ ਸੰਸਥਾ ਫੀਡਿੰਗ ਇੰਡੀਆ ਜੋ ਲਗਾਤਾਰ ਪਹਿਲੇ ਦਿਨ ਤੋਂ ਜਿਹੜੀ ਆ ਸੇਵਾ ਦੇ ਵਿੱਚ ਲੱਗੀ ਹੋਈ ਹੈ। ਤੁਸੀਂ ਜਿਸ ਤਰ੍ਹਾਂ ਦੇਖ ਸਕਦੇ ਹੋ, ਗੱਡੀਆਂ ਦੇ ਵਿੱਚ ਇਹ ਸੁੱਕਾ ਰਾਸ਼ਨ ਲੈ ਕੇ ਆਏ ਨੇ। ਇੱਥੇ ਝੁੱਗੀਆਂ ਝੋਪੜੀਆਂ 'ਚ ਜੋ ਲੋਕ ਵੱਸਦੇ ਨੇ, ਉਹਨਾਂ ਵਾਸਤੇ ਜੋ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ, ਝੁੱਗੀਆਂ ਝੋਪੜੀਆਂ ਦੇ ਲੋਕ ਨਾ ਸਰਕਾਰੀ ਗਿਣਤੀ ਦੇ ਵਿੱਚ ਆਉਂਦੇ ਨੇ, ਨਾ ਕਿਸੇ ਹੋਰ ਗਿਣਤੀ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਦੀ ਕੋਈ ਇੱਥੇ ਸਾਰ ਨਹੀਂ ਲੈਂਦਾ, ਉਹਨਾਂ ਵਾਸਤੇ ਇਹ ਸੁੱਕਾ ਰਾਸ਼ਨ ਲੈ ਕੇ ਆ ਰਹੇ ਨੇ। ਔਰ ਸਿਰਫ ਅੱਜ ਹੀ ਨਹੀਂ, ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਆ ਝੁੱਗੀਆਂ ਝੋਪੜੀਆਂ 'ਚ ਸੁੱਕਾ ਰਾਸ਼ਨ ਲੈ ਕੇ ਆ ਰਹੇ ਨੇ। ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਲੰਟੀਅਰਸ ਜੋ ਫੀਡਿੰਗ ਇੰਡੀਆ ਦੇ ਲੁਧਿਆਣਾ ਤੋਂ ਨੇ, ਅਨਿਰੁੱਧ ਸਾਹੀ ਜੀ। ਸਰ, ਇੱਥੇ ਤੁਸੀਂ ਪਹਿਲੇ ਦਿਨ ਤੋਂ ਆ ਰਹੇ ਹੋ, ਕਿਵੇਂ ਦਾ ਤੁਹਾਨੂੰ ਲੱਗ ਰਿਹਾ? ਦਿਲ ਨੂੰ ਖੁਸ਼ੀ ਮਿਲਦੀ ਹੈ ਸੇਵਾ ਕਰਕੇ? ਉਹ ਤਾਂ ਹੈ ਹੀ ਹੈ ਸਰ। ਜੇ ਆਪਾਂ ਲੋਕਾਂ ਤੱਕ, ਜਿਨ੍ਹਾਂ ਨੂੰ ਲੋੜ ਹੈ ਖਾਣੇ ਦੀ ਅਸਲ 'ਚ, ਉਹਨਾਂ ਤੱਕ ਖਾਣਾ ਪਹੁੰਚਾਵੇਂ, ਖੁਸ਼ੀ ਤਾਂ ਆਪਣੇ ਆਪ ਆਏਗੀ। ਤੇ ਤੁਸੀਂ ਦੇਖੋਗੇ ਕਿ ਸਾਡਾ ਜਿਵੇਂ ਨੰਬਰ ਆਲ ਓਵਰ ਲੁਧਿਆਣਾ ਸਰਕੂਲੇਟ ਹੋਇਆ ਹੋਇਆ, ਤੇ ਸਾਨੂੰ ਬੰਡਲਸ ਆਫ ਕਾਲਸ ਆਉਂਦੇ ਨੇ ਕਿ ਜਿਹੜੇ ਲੋਕੀ ਕਹਿੰਦੇ ਨੇ ਕਿ ਸਾਡੇ ਜਿਵੇਂ ਕੋਈ ਫੈਕਟਰੀ ਵਾਲੇ ਨੇ, ਕੋਈ ਰਿਕਸ਼ਾ ਵਾਲੇ ਨੇ, ਕੋਈ ਦਿਹਾੜੀ ਵਾਲੇ ਨੇ, ਕੋਈ ਮਿਸਤਰੀ ਬੰਦਾ, ਹੁਣ ਕਹਿੰਦਾ ਜੀ ਚਲੋ ਸਰ ਆਪਾਂ 10 ਦਿਨ ਸਾਰ ਸਕਦੇ ਆਪਣੇ ਪੈਸੇ ਨਾਲ, 15 ਦਿਨ ਸਾਰ ਸਕਦੇ ਹਾਂ, 20 ਦਿਨ ਸਾਰ ਸਕਦੇ ਹਾਂ, ਲੇਕਿਨ ਉਸ ਤੋਂ ਬਾਅਦ ਤਾਂ ਸਾਡੀ ਜੇਬ ਅਲਾਉ ਹੀ ਨਹੀਂ ਕਰਦੀ। ਉਹਨੇ ਮਾਈਗ੍ਰੈਂਟਸ ਕਿਉਂ ਬਾਹਰ ਜਾ ਰਹੇ ਨੇ? ਇਸੇ ਕਰਕੇ ਬਾਹਰ ਜਾ ਰਹੇ ਨੇ ਕਿਉਂਕਿ ਇਹਨਾਂ ਕੋਲ ਖਾਣ ਲਈ ਨਹੀਂ ਹੈਗਾ। ਤੇ ਜੇ ਗੱਲ ਕਰੀਏ ਸਰਕਾਰੀ ਮਦਦ ਦੀ, ਸਰਕਾਰੀ ਮਦਦ ਤਾਂ ਬਸ ਸਿਰਫ ਬਲੂ ਕਾਰਡ ਤੇ ਜਾ ਰਹੇ ਆ, ਤੇ ਜਾਂ ਫਿਰ ਵੋਟ ਬੈਂਕ ਦਾ ਸਿੱਧੀ ਤਰ੍ਹਾਂ ਵੋਟ ਬੈਂਕ ਦਾ ਇਸਤੇਮਾਲ ਹੋ ਰਿਹਾ। ਜੇ ਉਹਨਾਂ ਕੋਲ ਵੋਟਰ ਕਾਰਡ ਹੈ ਤਾਂ ਜਿਹੜੇ ਮਹੱਲੇ ਦੇ ਕੌਂਸਲਰ ਤੇ ਜਾ ਚੁੱਕੇ, ਉਹਨਾਂ ਨੇ ਅੱਗੇ ਡਿਊਟੀ ਦਿੱਤੀ ਹੈ। ਜਿਹਨੇ ਕੋਲ ਵੋਟਰ ਕਾਰਡ ਹੈ ਜਾਂ ਕੋਈ ਹੋਰ ਕਾਰਡ ਹੈਗਾ, ਉਸ ਬੇਸਿਸ ਤੇ ਰਾਸ਼ਨ ਦੇ ਰਿਹਾ। ਤੇ ਝੁੱਗੀਆਂ ਵਾਲੇ ਕੋਲ ਤਾਂ ਕੋਈ ਪ੍ਰੂਫ ਨਹੀਂ ਹੈਗਾ, ਤੇ ਇਹਨਾਂ ਦਾ ਕੋਈ ਰਾਸ਼ਨ ਨਹੀਂ ਜਾ ਰਿਹਾ। ਫੀਡਿੰਗ ਇੰਡੀਆ, ਜਿਸ ਤੱਕ ਮੈਨੂੰ ਪਤਾ, ਮੈਨੂੰ ਜਾਣਕਾਰੀ ਹੈ ਤੁਹਾਡੀ ਸੰਸਥਾ ਬਾਰੇ, ਇਹ ਜੋ ਬੇਕਰੀਜ਼ ਤੋਂ ਵੇਸਟ, ਜੋ ਉਹਨਾਂ ਦਾ ਕੁਕਡ ਫੂਡ ਬਚ ਜਾਂਦਾ ਸੀਗਾ, ਤੁਸੀਂ ਉਹ ਕਲੈਕਟ ਕਰਕੇ ਇਹਨਾਂ ਨੂੰ ਦਿੰਦੇ ਸੀਗੇ। ਤੇ ਹੁਣ ਜੋ ਇਹ ਸਮਾਂ ਚੱਲ ਰਿਹਾ ਲੋਕਡਾਊਨ ਦਾ, ਤੁਸੀਂ ਸੁੱਕਾ ਰਾਸ਼ਨ ਵੰਡ ਰਹੇ ਹੋ ਖੁਦ, ਇਹ ਕਿਸ ਤਰ੍ਹਾਂ ਤੁਸੀਂ ਸਾਰਾ ਅਰੇਂਜ ਕਰ ਰਹੇ ਹੋ? ਸਰ ਐਕਚੁਅਲੀ ਦਿੱਕਤ ਇਹ ਹੈ ਕਿ ਫੀਡਿੰਗ ਇੰਡੀਆ ਦਾ ਕੰਮ ਇਹੀ ਹੈ ਕਿ ਕਿਸੇ ਵੀ ਵਿਆਹ, ਸ਼ਾਦੀ, ਪਾਰਟੀ, ਫੰਕਸ਼ਨ ਵਿੱਚ ਖਾਣਾ ਬਚ ਜਾਂਦਾ, ਉਹ ਅਸੀਂ ਇਕੱਠਾ ਕਰਕੇ ਇਹ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਂਦੇ ਹਾਂ।
ਹੁਣ ਆਪਾਂ ਨੂੰ ਪਤਾ ਕਿ ਕੋਵਿਡ-19 ਦਾ ਇਫੈਕਟ ਕਿੱਦਾਂ ਫੈਲਦਾ। ਇਹ ਕਮਿਊਨੀਕੇਬਲ ਡਿਜ਼ੀਜ਼ ਹੈ, ਇਹ ਪਰਸਨਲ ਇੰਟਰੈਕਸ਼ਨ ਨਾਲ ਜ਼ਿਆਦਾ ਫੈਲਦੀ ਹੈ। ਹੁਣ ਜੇ ਇਹੀ ਆਪਾਂ ਗੱਲ ਆਈਏ ਕਿ ਸੁੱਕਾ ਰਾਸ਼ਨ ਨਾ ਵੰਡੀਏ, ਆਪਾਂ ਲੰਗਰ ਬਣਾ ਕੇ ਵੰਡੀਏ। ਅਸੀਂ ਇੱਕ ਦਿਨ 'ਚ ਚਲੋ 3 ਵਾਰ ਨਹੀਂ ਮੰਨਦੇ, ਅਸੀਂ 2 ਵਾਰ ਬੰਦੇ ਨੂੰ ਖਾਣਾ ਦੇ ਦਾਂਗੇ। 2 ਵਾਰ 'ਚ ਸਾਡੀ ਬੰਦੇ ਨਾਲ ਇੰਟਰੈਕਸ਼ਨ ਇੱਕ ਦਿਨ 'ਚ ਜੇ 5 ਬੰਦਿਆਂ ਦਾ ਪਰਿਵਾਰ ਹੈ 10 ਵਾਰ ਹੋ ਜਾਏਗੀ। ਤੇ ਉਹੀ ਅਸੀਂ 15 ਦਿਨ ਦਾ ਰਾਸ਼ਨ ਉਹਨਾਂ ਨੂੰ ਦੇ ਰਹੇ ਹਾਂ, ਤੇ ਉਹਦਾ ਮਤਲਬ ਹੈ ਕਿ ਸਾਡੀ 15 ਦਿਨਾਂ 'ਚ 150 ਵਾਰ ਇੰਟਰੈਕਸ਼ਨ ਹੋ ਜਾਏਗੀ, ਤੇ ਇੱਕ ਬੰਦੇ ਨਾਲ ਸਾਡੀ 150 ਵਾਰ ਇੰਟਰੈਕਸ਼ਨ ਹੋ ਰਹੀ ਹੈ। ਤੇ ਉਹੀ ਆਪਾਂ ਜੇ ਇੱਕ ਵਾਰ ਦੇ ਕੇ ਸਾਡੀ ਕੋਈ ਇੰਟਰੈਕਸ਼ਨ ਨਹੀਂ ਹੈ, ਸਾਡੇ ਵਲੰਟੀਅਰਸ ਵੀ ਸੇਫ ਨੇ, ਉਹ ਬੰਦੇ ਵੀ ਸੇਫ ਨੇ। ਆਪਾਂ ਨਹੀਂ ਕਹਿੰਦੇ ਕਿ ਇਸ ਨੂੰ ਬਿਮਾਰੀ ਹੋਵੇ, ਬਟ ਸੇਫਟੀ ਵਿੱਚ ਕਿਉਰ ਹੈ ਨਾ ਸਾਰਾ ਜ਼ਿਆਦਾ। ਤੇ ਤੁਹਾਨੂੰ ਵੀ ਨਹੀਂ ਲੱਗਦਾ ਅੱਜ ਕੱਲ੍ਹ ਕਾਫੀ ਸੋਸ਼ਲ ਮੀਡੀਆ ਤੇ ਗੱਲਾਂ ਉੱਠ ਰਹੀਆਂ ਨੇ ਕਿ ਜੋ ਰਾਸ਼ਨ ਹੈ ਉਹ ਲੋਕਾਂ ਦੇ ਘਰਾਂ ਤੱਕ ਭਰਪੂਰ ਪਹੁੰਚ ਚੁੱਕਿਆ, ਤੇ ਹੁਣ ਜੋ ਹੋ ਰਹੀ ਹੈ ਉਹ ਵੇਸਟੇਜ ਹੋ ਰਹੀ ਹੈ? ਤੁਹਾਨੂੰ ਨਹੀਂ ਇੱਦਾਂ ਦਾ ਲੱਗ ਰਿਹਾ ਵੀ ਕਿ ਵੇਸਟੇਜ ਹੋ ਰਹੀ ਹੈ ਕਿ ਨਹੀਂ? ਕਿਤੇ ਕਿਤੇ ਸੱਚ ਵੀ ਹੈਗੀ ਆ। ਅਸੀਂ ਬਹੁਤ ਵਾਰ ਚੈਕਿੰਗ ਕੀਤੀ ਹੈ ਖਾਣੇ ਦੀ, ਮਤਲਬ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਚੈੱਕ ਕਰਦੇ ਹਾਂ। ਲੇਕਿਨ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਕੋਲ ਖਾਣਾ ਨਹੀਂ ਹੈਗਾ, ਕਈ ਵਾਰ ਅਸੀਂ ਚੈੱਕ ਕੀਤਾ ਕਿ ਉਹਨਾਂ ਕੋਲ ਖਾਣਾ ਨਹੀਂ ਵੀ ਹੁੰਦਾ ਤੇ ਹੁੰਦਾ ਵੀ ਆ। ਕਈ ਲੋਕਾਂ ਕੋਲ ਤਾਂ ਡਰਮ ਭਰੇ ਹੋਏ ਆ ਖਾਣੇ ਦੇ, ਉਹ ਇਕੱਠੇ ਕਰੀ ਜਾਂਦੇ ਤੇ ਸਟੋਰ ਕਰੀ ਜਾਂਦੇ ਨੇ। ਇਹ ਬਹੁਤ ਜ਼ਿਆਦਾ ਕੇਸਿਸ ਅਸੀਂ ਦੇਖੇ ਆ। ਸਾਡੀ ਕੋਸ਼ਿਸ਼ ਆਈ ਰਹਿੰਦੀ ਹੈ ਕਿ ਅਸੀਂ ਜਿੱਥੇ ਤੱਕ ਪਹੁੰਚ ਸਕੀਏ ਉਹਨਾਂ ਦੀ ਚੈਕਿੰਗ ਕਰ ਲਈਏ। ਉਸ ਤੋਂ ਬਾਅਦ ਜਿਹੜੇ ਨਾ ਝੁੱਗੀਆਂ ਵਾਲੇ ਜਿਹੜੇ ਸਿਟੀ ਦੇ ਹੋਰ ਆਊਟਸਾਈਡ ਏਰੀਆਜ਼ ਨੇ ਨਾ, ਉਹਨਾਂ ਤੱਕ ਰਾਸ਼ਨ ਪਹੁੰਚ ਨਹੀਂ ਰਿਹਾ। ਜਿਹੜੇ ਬਾਕੀ ਦੇ ਐਨਜੀਓਜ਼ ਵੀ ਕੰਮ ਕਰ ਰਹੇ ਨੇ ਨਾ, ਬਹੁਤ ਵਧੀਆ ਕੰਮ ਕਰ ਰਹੇ ਨੇ, ਸਭ ਤੱਕ ਖਾਣਾ ਪਹੁੰਚਦਾ ਰਿਹਾ। ਬਟ ਜਿਹੜੇ ਆਹ ਵਾਲੇ ਲੋਕ ਨੇ, ਹੁਣ ਤੁਸੀਂ ਇਹਨਾਂ ਦੇ ਘਰ ਜਿੱਥੇ ਪਾਏ ਅੱਜ ਹੰਬੜਾ ਰੋਡ ਗਊਸ਼ਾਲਾ ਦੀ ਬੈਕ ਸਾਈਡ ਜਿਹੜੇ ਸਲਮਸ ਆ, ਤੇ ਬਹੁਤ ਵੱਡਾ ਸਲੇਮ ਏਰੀਆ। ਇਹਨਾਂ ਨੂੰ ਪੁੱਛੋ ਇਹਨਾਂ ਦਾ ਕਿੰਨੀ ਮਦਦ ਆਈ ਹੈ, ਤੁਸੀਂ ਇਹਨਾਂ ਤੋਂ ਬਿੱਟ ਲਈ ਹੋਈ ਕਿਨਾਂ ਦੀ, ਤੇ ਇਹਨਾਂ ਨੂੰ ਕੋਈ ਹੈਲਪ ਆਈ ਨਹੀਂ ਕਿਸੇ ਦੀ। ਤੇ ਲਗਾਤਾਰ ਜਿਹੜਾ ਹੁਣ ਜਿਹੜੇ ਮਾਈਗਰੈਂਟਸ ਨੇ ਉਹ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਆ। ਅਸੀਂ ਗੱਲਬਾਤ ਵੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਤੁਸੀਂ ਆਪਣੇ ਘਰਾਂ 'ਚ ਵਾਪਸ ਕਿਉਂ ਜਾ ਰਹੇ ਹੋ। ਕਹਿੰਦੇ ਸੀ ਕਿ ਪਿਛਲੇ 40 ਦਿਨਾਂ ਤੋਂ ਸਾਨੂੰ ਕੁਝ ਖਾਣ ਨੂੰ ਨਹੀਂ ਮਿਲ ਰਿਹਾ, ਰਾਸ਼ਨ ਨਹੀਂ ਮਿਲ ਰਿਹਾ। ਹਾਲਾਂਕਿ ਪਹਿਲੇ ਦਿਨ ਤੋਂ ਹੀ ਜਿਹੜੀਆਂ NGOs ਤੁਹਾਡੇ ਵਰਗੀਆਂ ਸੰਸਥਾਵਾਂ ਨੇ ਉਹ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ, ਭਰਪੂਰ ਰਾਸ਼ਨ ਪਹੁੰਚ ਰਿਹਾ, ਚਾਹੇ ਉਹ ਕੁਕਡ ਫੂਡ ਹੋਵੇ ਚਾਹੇ ਸੁੱਕਾ ਰਾਸ਼ਨ ਹੋਵੇ। ਫਿਰ ਵੀ ਉਹ ਕਹਿ ਰਹੇ ਨੇ ਕਿ ਅਸੀਂ ਭੁੱਖੇ ਰਹਿ ਗਏ, ਤਾਂ ਮਤਲਬ ਕਿੱਦਾਂ ਹੋ ਸਕਦਾ ਇਹ? ਸਰ ਅਸੀਂ ਵੀ ਜਦੋਂ ਸਾਨੂੰ ਖਬਰ ਮਿਲੀ ਇੱਕ ਵਾਰ ਰਾਤੀ 10 ਵਜੇ, ਬਹੁਤ ਸੇ ਮਾਈਗਰੈਂਟਸ ਸਮਰਾਲਾ ਚੌਂਕ ਤੋਂ ਵਾਪਸ ਜਾ ਰਹੇ ਸੀਗੇ। ਅਸੀਂ ਉੱਥੇ ਗਏ, ਅਸੀਂ ਉਹਨਾਂ ਨੂੰ ਸਾਰੇ ਪਰਿਵਾਰਾਂ ਨੂੰ ਸਮਝਾਇਆ। ਉੱਥੇ ਘੱਟੋ ਘੱਟ ਨਹੀਂ ਤਾਂ 20-30 ਪਰਿਵਾਰ ਜਾ ਰਹੇ ਸੀਗੇ, ਜਿਹਦੇ ਵਿੱਚੋਂ ਅਸੀਂ 10 ਪਰਿਵਾਰਾਂ ਨੂੰ ਕਨਵਿੰਸ ਕਰ ਲਿਆ, ਤੇ ਅਸੀਂ ਸਾਨੂੰ ਅਗਲੇ ਦਿਨ ਹੀ ਸਵੇਰੇ ਪਹੁੰਚਦੀ ਉਹਨਾਂ ਨੂੰ ਰਾਸ਼ਨ ਪਹੁੰਚਾ ਤੋਂ ਮੰਨ ਗਏ ਕਿ ਅਸੀਂ ਨਹੀਂ ਜਾਵਾਂਗੇ। ਹੁਣ ਦੀ ਗੱਲ ਇੱਥੇ ਹੀ ਆ ਜਾਂਦੀ ਹੈ, ਜੇ ਉਹਨਾਂ ਨੂੰ ਖਾਣ ਨੂੰ ਆਪਾਂ ਦੇ ਦਾਂਗੇ ਪ੍ਰੋਪਰ, ਜੇ ਇਹਨਾਂ ਦੇ ਜਿਹੜੇ ਦਿਹਾੜੀ ਵਾਲੇ ਬੰਦੇ ਨੇ ਜਾਂ ਇਹਨਾਂ ਦੇ ਫੈਕਟਰੀ ਦੇ ਓਨਰ ਨੇ, ਉਹ ਲੋਕ ਇਹਨਾਂ ਤੱਕ ਮਦਦ ਦੇ ਦੇਣਗੇ ਤੇ ਇਹ ਲੋਕ ਨਹੀਂ ਜਾਣਗੇ। ਇਹਨਾਂ ਦੇ ਮਨ 'ਚ ਡਰ ਬੈਠ ਗਿਆ, ਇਹਨਾਂ ਨੂੰ ਸਭ ਨੇ ਡਰਾਤਾ ਕਿ ਤੁਹਾਡੇ ਕੋਲ ਹੁਣ ਖਾਣ ਪੀਣ ਦਾ ਮਿਲਣਾ ਨਹੀਂ ਹੈ, ਸਾਰੇ ਕੰਮ ਬੰਦ ਹੋ ਗਿਆ ਤੇ ਇਹਨਾਂ ਕੋਲ ਸੋਰਸ ਆਫ ਇਨਕਮ ਹੈ ਨਹੀਂ। ਇਹਨਾਂ ਨੂੰ ਪਤਾ ਪਿੰਡ ਜਾਣਗੇ ਕਿਤੇ ਨਾ ਕਿਤੇ ਇਹਨਾਂ ਦਾ ਅਰੇਂਜ ਹੋ ਜਾਏਗਾ। ਬਸ ਇੱਕ ਡਰ ਦੇ ਕਾਰਨ ਇਹ ਲੋਕ ਸਾਰੇ ਭੱਜ ਰਹੇ ਨੇ ਆਪਣੇ ਪਿੰਡ ਵੱਲ ਨੂੰ ਕਿ ਉੱਥੇ ਚਲੋ ਇਹਦੇ ਪਰਿਵਾਰ ਹੈਗਾ, ਕੁਛ ਨਾ ਕੁਛ ਮਿਲ ਜਾਏਗਾ। ਇੱਥੇ ਕਿਉਂਕਿ ਇਹਨਾਂ ਦਾ ਕੋਈ ਜ਼ਿਆਦਾ ਪਰਿਵਾਰ ਹੈ ਨਹੀਂ ਗੇ ਤੇ ਸਰਕਾਰੀ ਮਦਦ ਨਹੀਂ ਪਹੁੰਚ ਨਹੀਂ ਪਾ ਰਹੀ। ਤੇ ਇਹ ਜੋ ਤੁਸੀਂ ਰਾਸ਼ਨ ਦਾ ਕੰਮ ਕਰ ਰਹੇ ਹੋ, ਮੇਰੀ ਹਰੇਕ NGO ਦੇ ਨਾਲ ਮੇਰਾ ਸਵਾਲ ਹੁੰਦਾ, ਜਦੋਂ ਵੀ ਮੈਂ ਕਿਸੇ NGO ਦੀ ਇੰਟਰਵਿਊ ਕਰਨ ਜਾਂਦਾ, ਮੇਰਾ ਸਵਾਲ ਹੁੰਦਾ ਕਿ ਇਹ ਸਰਕਾਰਾਂ ਦੇ ਕੰਮ ਨੇ, ਇਹ ਤੁਹਾਨੂੰ ਕਿਉਂ ਕਰਨੇ ਪੈ ਰਹੇ ਨੇ? ਸਰ ਜਦੋਂ ਸਰਕਾਰ ਨਹੀਂ ਆਏਗੀ ਤਾਂ ਸਾਨੂੰ ਅੱਗੇ ਆਉਣਾ ਪਏਗਾ, ਸਿੱਧੀ ਗੱਲ ਆਹੀ ਹੈ। ਸਰਕਾਰ ਦਾ ਰਾਸ਼ਨ ਤੁਸੀਂ ਪ੍ਰੋਸੈਸ ਦੇਖੋ, ਪਹਿਲਾਂ CM ਸਾਹਿਬ ਫੰਡ ਅਲਾਟ ਕਰਨਗੇ, ਫਿਰ ਸਾਰੇ ਰਿਸਪੈਕਟਿਵ MLA ਕੋਲ ਆਏਗਾ, MLA ਫਿਰ ਕੌਂਸਲਰ ਅਸਾਈਨ ਕਰੇਗਾ, ਉਹਨਾਂ ਦੇ ਵਿੱਚ ਹੀ ਇੰਨੀ ਰਾਸ਼ਨ ਦੀ ਖਪਤ ਹੋ ਜਾਏਗੀ ਜੋ ਨੀਚੇ ਤੱਕ ਪਹੁੰਚੇਗਾ ਨਾ ਤਾਂ ਕੁਝ ਵੀ ਨਹੀਂ ਆਏਗਾ। ਉਸ ਤੋਂ ਬਾਅਦ ਕੌਂਸਲਰ ਵੀ ਅੱਗੇ ਆਪਣੇ ਬੰਦੇ ਰੱਖ ਕੇ ਉਹਨਾਂ ਦੇ ਜਿਹੜੇ ਨੋਨ ਬੰਦੇ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਉਣਗੇ। ਉਹਨਾਂ ਨੇ ਇੱਥੇ ਕਿੱਥੇ ਆਉਣਾ? ਇੱਥੇ ਤਾਂ ਕੋਈ ਵੀ ਨਹੀਂ ਆ ਰਿਹਾ। ਇਹਨਾਂ ਨੂੰ ਤੁਸੀਂ ਬੰਦਿਆਂ ਨੂੰ ਪੁੱਛੋ, ਕੋਈ ਇਹਨਾਂ ਦਾ ਕੌਂਸਲਰ ਦਾ ਬੰਦਾ, ਕੋਈ MLA ਦਾ ਬੰਦਾ, ਕੋਈ ਵੀ ਨਹੀਂ ਆ ਰਿਹਾ। ਮੈਂ ਦੇਖ ਰਿਹਾ ਤੁਹਾਡੀ ਟੀਮ 'ਚ ਲਗਭਗ ਸਾਰੇ ਸਟੂਡੈਂਟਸ ਹੀ ਲੱਗਦੇ ਨੇ ਮੈਨੂੰ, ਤਾਂ ਇੰਨਾ ਸਾਰਾ ਰਾਸ਼ਨ ਤੁਸੀਂ ਕਿਸ ਤਰ੍ਹਾਂ ਅਰੇਂਜ ਕਰ ਰਹੇ ਹੋ? ਹਾਲਾਂਕਿ ਪਹਿਲਾਂ ਜੋ ਤੁਹਾਡੀ ਸੰਸਥਾ ਚੱਲਦੀ ਸੀ ਉਹ ਬੇਕਰੀਆਂ 'ਚੋਂ ਫੂਡ ਇਕੱਠਾ ਕਰਕੇ, ਵਿਆਹ ਸ਼ਾਦੀਆਂ ਤੋਂ ਫੂਡ ਇਕੱਠਾ ਕਰਕੇ ਚਲਾਉਂਦੇ ਸੀਗੇ, ਤੇ ਹੁਣ ਤੁਸੀਂ ਏਡੀ ਗੱਡੀ ਭਰ ਕੇ ਤੁਸੀਂ ਰਾਸ਼ਨ ਦੀ ਲੈ ਕੇ ਆਓ। ਕਿਸ ਤਰ੍ਹਾਂ ਸਾਰਾ ਅਰੇਂਜਮੈਂਟ ਕਰ ਰਹੇ ਹੋ? ਇੱਦਾਂ ਸਾਡੀ ਫੀਡਿੰਗ ਇੰਟਰਨੈਸ਼ਨਲ NGO ਤੁਹਾਨੂੰ ਪਤਾ ਹੋਏਗਾ, ਤੇ ਅਸੀਂ ਨੈਸ਼ਨਲ ਲੈਵਲ ਤੇ ਇੱਕ ਫੰਡਰੇਜ਼ਰ ਕੀਤਾ ਸੀਗਾ, ਤੇ ਉਸ ਕਰਕੇ ਆਪਣਾ ਆਲ ਓਵਰ ਇੰਡੀਆ 'ਚ ਆਪਾਂ 5 ਲੱਖ ਤੋਂ ਜ਼ਿਆਦਾ ਫੈਮਿਲੀਜ਼ ਫੀਡ ਕੀਤੀਆਂ, ਜਿਹਦੇ ਵਿੱਚ ਲੁਧਿਆਣਾ 'ਚ ਆਪਾਂ 1500 ਤੋਂ 2000 ਕਿਟਸ ਅਸੀਂ ਰਾਸ਼ਨ ਦੀ ਆਲਰੇਡੀ ਡਿਸਟ੍ਰੀਬਿਊਟ ਕਰ ਚੁੱਕੇ ਆ। ਤੇ ਹੁਣ ਹੌਲੀ ਹੌਲੀ ਕਰਕੇ ਜਿਵੇਂ ਆਪਾਂ ਪਿੱਛੋਂ ਵੀ ਡਿਮਾਂਡ ਕੀਤਾ ਸਾਨੂੰ ਹੋਰ ਕਿਟਸ ਚਾਹੀਦਾ, ਜਿਵੇਂ ਕਿ ਬੰਦਿਆਂ ਨੂੰ ਲੋੜ ਹੈਗੀ ਆ, ਤੇ ਥੋੜੇ ਜਿਵੇਂ ਪ੍ਰਾਈਵੇਟ ਬੰਦੇ ਵੀ ਜੋ ਕਿ ਹੈਲਪ ਕਰਨ ਆ ਜਾਂਦੇ ਨੇ, ਜਿਵੇਂ ਤੁਸੀਂ ਕਹਿਤਾ ਕਿ ਮੇਰੇ ਵੱਲੋਂ 10 ਕਿਟਸ ਆ ਗਈਆਂ, ਇੱਦਾਂ ਹੀ ਕਿ ਟਰਾਈਡੈਂਟ ਦੇ ਕੁਝ EMPLOYEES ਨੇ ਸਾਨੂੰ ਜਿਵੇਂ ਅੱਜ 100 ਕਿਟਸ ਬਣਵਾ ਕੇ ਦਿੱਤੀਆਂ, ਤੇ ਉਹਨਾਂ ਨੇ ਆਪਣੇ ਟਰਾਈਡੈਂਟ ਨੇ ਗਰੁੱਪ ਨੇ ਬੰਦਿਆਂ ਨੇ ਆਪਣੇ EMPLOYEES ਨੇ ਆਪ ਹੀ ਫੰਡਰੇਜ਼ ਕੀਤਾ ਆਪਸ ਵਿੱਚ, ਜੋ 15-20 ਜਾਣਿਆਂ ਨੇ, ਤੇ ਕੁਝ ਪੈਸੇ ਇਕੱਠੇ ਕੀਤੇ ਤੇ ਬਹੁਤ ਅੱਛੀ ਰਾਸ਼ਨ ਦੀ ਕਿਟ ਤਿਆਰ ਕੀਤੀ, ਜਿਹਦੇ ਵਿੱਚ 5 ਕਿਲੋ ਆਟਾ, 2 ਕਿਲੋ ਚਾਵਲ, 2 ਕਿਲੋ ਨਮਕ, 2 ਮਸਾਲੇ ਨੇ, ਤੇ ਹੋਰ ਚੀਨੀ ਹੈਗੀ ਹੈ। ਤੇ ਇੱਥੇ ਕਿੰਨੀਆਂ ਕਿਟਸ ਡਿਸਟ੍ਰੀਬਿਊਟ ਕਰਨੀਆਂ ਤੁਸੀਂ? ਅੱਜ ਸਾਡੇ ਕੋਲ ਹੈਗੇ 95 + 30 125 ਕਿਟਸ ਡਿਸਟ੍ਰੀਬਿਊਟ ਕਰਨੀਆਂ। ਤੁਸੀਂ ਜਦੋਂ ਕਿਟਸ ਡਿਸਟ੍ਰੀਬਿਊਟ ਕਰਨ ਜਾਂਦੇ ਹੋਵੋਗੇ, ਜਿਸ ਤਰ੍ਹਾਂ ਭੁੱਖੇ, ਜਿਵੇਂ ਭੁੱਖ ਹੁੰਦੀ ਹੈ ਲੋਕਾਂ ਨੂੰ ਅੰਦਰ, ਸੱਚੀ ਜੇ ਨੀਡੀ ਹੁੰਦੇ ਨੇ, ਤੁਹਾਨੂੰ ਦੇਖ ਕੇ ਵੀ ਇੱਕੋ ਦਮ ਅੱਗੇ ਨਾ ਆ ਜਾਂਦੇ, ਹੁਣ ਵੀ ਰਾਸ਼ਨ ਆ ਗਿਆ ਅਸੀਂ ਲੈ ਲਈਏ, ਐਦਾਂ ਦੀ ਫਿਰ ਤੁਸੀਂ ਸਥਿਤੀ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਸਰ ਅਸੀਂ ਨਾ ਜਦੋਂ ਕੋਸ਼ਿਸ਼ ਕਰਦੇ ਅਸੀਂ ਡਿਸਿਪਲਿਨ ਵੇ 'ਚ ਜਾਈਏ, ਜਦੋਂ ਇਹ ਲੋਕ ਘੱਟ ਕਰਦੇ ਅਸੀਂ ਕਹਿੰਦੇ ਅਸੀਂ ਤੁਹਾਨੂੰ ਰਾਸ਼ਨ ਨਹੀਂ ਦੇਵਾਂਗੇ, ਤੇ ਨੋ ਡਾਊਟ ਇਹਨਾਂ ਨੂੰ ਡਰ ਤਾਂ ਲੱਗਦਾ ਹੈ ਕਿ ਸਾਨੂੰ ਨਹੀਂ ਰਾਸ਼ਨ ਮਿਲੇਗਾ, ਫਿਰ ਲੋਕ ਥੋੜਾ ਸਮਝ ਜਾਂਦੇ ਨੇ ਉਸ ਚੀਜ਼ ਨੂੰ। ਅਸੀਂ ਪਹਿਲਾਂ ਲਿਸਟ ਰੈਡੀ ਕਰ ਲਈ ਦੀ ਹੈ ਕਿ ਉਹਨਾਂ ਦੇ ਘਰ ਜਾ ਕੇ ਚੈੱਕ ਕਰਕੇ ਕਿ ਜਿਹੜੇ ਲੋਕ ਨੀਡੀ ਅਸਲ 'ਚ ਨੇ,
ਤੇ ਫਿਰ ਜਿਹੜੇ ਲਿਸਟ 'ਚ ਨਾਮ ਨੇ ਉਹਨਾਂ ਲੋਕਾਂ ਨੂੰ ਆਪਾਂ ਖਾਣਾ ਦੇ ਦਿੰਦੇ ਹਾਂ। ਇਸ ਕਰਕੇ ਸਾਡਾ ਪੂਰਾ ਏਰੀਆ ਵੀ ਕਵਰ ਹੋ ਜਾਂਦਾ ਤੇ ਕੋਈ ਲੈਫਟ ਵੀ ਨਹੀਂ ਰਹਿ ਜਾਂਦਾ। ਤੁਹਾਡੀ NGO, ਮੈਂ ਜਿਸ ਤਰ੍ਹਾਂ ਤੁਸੀਂ ਮੇਰੇ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਦੱਸਿਆ ਰਾਸ਼ਨ ਦੀ ਕਿਟਸ ਦੇ ਨਾਲ ਤੁਸੀਂ ਮੈਡੀਸਨ ਵੀ ਇੱਥੇ ਇਹਨਾਂ ਨੂੰ ਦੇ ਰਹੇ ਹੋ। ਕਿਹੜੀ ਮੈਡੀਸਨ ਤੁਸੀਂ ਇਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਹੋ? ਹੋਮਿਓਪੈਥਿਕ ਦੀ ਜੋ ਸਾਡੇ ਆਯੂਸ਼ ਡਿਪਾਰਟਮੈਂਟ ਨੇ ਅਪਰੂਵ ਕੀਤੀ ਹੈ ਨਾ, ਉਹ ਮੈਡੀਸਨ ਦੇ ਰਹੇ ਹਾਂ। ਸਾਡੇ ਵਲੰਟੀਅਰ ਨੇ ਆਂਚਲ ਸਚਦੇਵਾ ਜੀ, ਇਹਨਾਂ ਨੇ ਮੈਡੀਸਨ ਰੈਡੀ ਕੀਤੀ ਹੈ, ਤੁਹਾਨੂੰ ਬੈਟਰ ਐਕਸਪਲੇਨ ਕਰ ਦੇਣਗੇ। ਆਂਚਲ ਜੀ, ਕੀ ਇਹ ਜੋ ਮੈਡੀਸਨ ਹੈ ਕੀ ਇਸ ਦਾ ਨੇਮ ਹੈ? ਇਸ ਦਾ ਨਾਮ ਹੈ ਆਰਸੈਨਿਕ ਐਲਬਮ 30 ਜੀ। ਕਾਹਦੇ ਵਾਸਤੇ ਇਹ ਯੂਜ਼ ਕੀਤੀ ਜਾ ਰਹੀ ਹੈ? ਜੋ ਤੁਸੀਂ ਰਾਸ਼ਨ ਦੇ ਨਾਲ ਇੱਥੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰ ਰਹੇ ਹੋ, ਕਾਹਦੇ ਲਈ ਦੇ ਰਹੇ ਹੋ? ਕੀ ਇਹਦਾ ਹੈਗਾ? ਜੈਸੇ ਤੁਸੀਂ ਜਾਣਦੇ ਹੋ ਕਿ ਸਾਡੀ CCH ਸੈਂਟਰਲ ਕਾਉਂਸਲ ਆਫ ਹੋਮਿਓਪੈਥੀ ਜਿਹੜੀ ਕਿ ਆਯੂਸ਼ ਡਿਪਾਰਟਮੈਂਟ ਦੇ ਅੰਡਰ ਆਉਂਦੀ ਹੈ, ਗਵਰਨਮੈਂਟ ਨੇ ਸਾਨੂੰ ਕਲੀਨਿਕਲ ਟ੍ਰਾਇਲਸ ਵਾਸਤੇ ਅਪਰੂਵ ਕਰ ਲਿਆ ਹੋਇਆ ਵਾ। ਤੇ ਨਾਲ ਆਪਾਂ ਜਿਸ ਦਾ ਮੈਂ ਇਸ NGO ਦਾ ਪਾਰਟ ਹੈਗੀ ਹੈ, ਤਾਂ ਇਟਸ ਮਾਈ ਡਿਊਟੀ ਕਿ ਮੈਂ ਆਪਣੀ NGO ਦੇ ਮੈਂਬਰਸ ਤੇ ਜਿਨ੍ਹਾਂ ਨੂੰ ਰਾਸ਼ਨ ਦੇ ਰਹੇ ਹਾਂ ਆਪਾਂ, ਉਹਨਾਂ ਨੂੰ ਆਪਾਂ ਇਹ ਪ੍ਰੀਵੈਂਟਿਵ ਮੈਡੀਸਿਨ ਪਹੁੰਚਾਈ ਜਾਵੇ, ਤਾਂ ਕਿ ਇਹਨਾਂ ਕੋ ਇੰਨੀ ਫੈਸਿਲਿਟੀ ਨਹੀਂ ਹੈਗੀ ਹੈ। ਅਗਰ ਬਾਈ ਚਾਂਸ ਇੱਕ ਕੋ ਸਲਮ ਏਰੀਆ 'ਚ ਇੱਕ ਵੀ ਕੇਸ ਆ ਗਿਆ, ਬਹੁਤ ਜ਼ਿਆਦਾ ਰੈਪਿਡਲੀ ਫੈਲੂਗਾ ਇਹ, ਤੇ ਬੈਟਰ ਹੈ ਕਿ ਆਪਾਂ ਪ੍ਰੀਵੈਂਟ ਕਰ ਲਈਏ ਪ੍ਰੀਵੈਂਟਿਵ ਮੈਡੀਸਿਨ ਦੇ ਕੇ। ਥੋੜਾ ਮੈਡੀਸਨ ਦਾ ਮੈਨੂੰ ਤੁਸੀਂ ਦੱਸੋਗੇ ਕਿਸ ਤਰ੍ਹਾਂ ਇਹ ਪ੍ਰੀਵੈਂਟਿਵ ਮੈਜਰਸ ਦੇ ਵਾਸਤੇ ਇਹ ਲਿੱਤੀ ਜਾਂਦੀ ਹੈ? ਕੀ ਇਹਦਾ ਕੰਮ ਹੈ? ਕਿਸ ਤਰ੍ਹਾਂ ਇਹ ਬੋਡੀ ਦੇ ਵਿੱਚ ਇਹ ਇਮਿਊਨਿਟੀ ਵਧਾਉਂਦੀ ਹੈ ਕਿ ਕੀ ਸਾਰਾ ਮਾੜਾ ਇਹਦਾ ਐਕਸਪਲੇਨ ਕਰੋ। ਬੂਸਟਰ ਹੈਗੀ ਹੈ, ਆਪਾਂ ਨੂੰ 3 ਦਿਨ ਲੈਣੀ ਪੈਂਦੀ ਹੈ, ਸਵੇਰੇ ਖਾਲੀ ਪੇਟ। ਬੱਚਿਆਂ ਲਈ 2 ਗੋਲੀਆਂ ਲੈਣੀਆਂ ਪੈਂਦੀਆਂ 3 ਦਿਨ ਖਾਲੀ ਪੇਟ ਸਵੇਰੇ, ਤੇ ਦੂਜਿਆਂ ਲਈ 4 ਗੋਲੀਆਂ ਦਿਨ 'ਚ, ਇੱਕ ਵਾਰ ਸਵੇਰੇ ਖਾਲੀ ਪੇਟ 3 ਵਾਰ। ਇਹ ਸਿਰਫ ਇਮਿਊਨਿਟੀ ਬੂਸਟਰ ਹੈ? ਹਾਂਜੀ। ਤੇ ਇਸ ਦਾ ਕੋਈ ਸਾਈਡ ਇਫੈਕਟ ਵਗੈਰਾ ਹੋਵੇ ਕਿਸ ਤਰ੍ਹਾਂ ਕਿਸੇ ਦਾ? ਬਿਲਕੁਲ ਨਹੀਂ, ਬਿਲਕੁਲ ਨਹੀਂ। ਕੋਈ ਵੀ ਆਮ ਇਨਸਾਨ ਲੈ ਸਕਦਾ? ਇੱਕ ਚੀਜ਼ ਹੋਰ, ਹਰ ਕੋਈ ਬੰਦਾ ਲੈ ਸਕਦਾ ਜਾਂ ਜਿਸ ਨੂੰ ਕੋਈ ਸਿੰਪਟਮਸ ਲੱਗਦੇ ਹੋਣ, ਜਾਂ ਆਮ ਬੰਦਾ ਹਰੇਕ ਕੋਈ ਵੀ ਲੈ ਸਕਦਾ? ਆਮ ਬੰਦਾ ਲੈ ਸਕਦਾ ਵਾ। ਬਹੁਤ ਬਹੁਤ ਧੰਨਵਾਦ ਜੀ। ਤਾਂ ਤੁਸੀਂ ਇਹ ਦੇਖਿਆ ਫੀਡਿੰਗ ਇੰਡੀਆ NGO ਵੱਲੋਂ ਜੋ ਸੇਵਾ ਨਿਭਾਈ ਜਾ ਰਹੀ ਹੈ, ਮੈਡੀਸਨ ਦੀ ਸੇਵਾ ਨਿਭਾਈ ਜਾ ਰਹੀ ਹੈ, ਹੋਮਿਓਪੈਥੀ ਜੋ ਅਪਰੂਵ ਕੀਤੀ ਗਈ ਹੈ ਗਵਰਨਮੈਂਟ ਵੱਲੋਂ ਇਮਿਊਨਿਟੀ ਬੂਸਟਰਸ ਦੇ ਲਈ, ਤੇ ਰਾਸ਼ਨ ਦੀਆਂ ਕਿੱਟਾਂ ਇਹ ਜਿਹੜੀਆਂ ਲਗਾਤਾਰ ਇੱਥੇ ਸਲਮ ਏਰੀਆਜ਼ ਦੇ ਵਿੱਚ ਵੰਡ ਕੇ ਲੋਕਾਂ ਦੀ ਸੇਵਾ ਕਰ ਰਹੀ। ਤੇ ਸਲਾਮ ਹੈ ਇਹੋ ਜਿਹੇ ਲੋਕਾਂ ਨੂੰ ਜੋ ਇਸ ਔਖੀ ਘੜੀ ਦੇ ਵਿੱਚ ਵੀ ਆਪਣਾ ਸਭ ਕੁਝ ਭੁੱਲ ਕੇ ਅੱਗੇ ਆ ਰਹੇ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।